कि साडा रस्ता रोकने दे बड़े तू यतन कीते, साडा रस्ता रोकने दे बड़े तू यतन कीते, साडी अगे नालों 2 गुणी रफ्तार होई है। बह के सोची जां पुछी अपने साथियां ताई, बह के सोची जां पुछी अपने साथियां तो ही तेरी जित होई है जां तेरी हार होई है। शाह मुहम्मद दा गल तां ओह हो सी जिहड़ा चाहेगा खालसा पंथ मियां। गल ओह होनी है जो सानू मंजूर है, क्योंकि बिल साडे बारे ने, कानून साडे बारे बने, जो असी चाहांगे वो होएगा, जो सरकार चाहेगी वो नहीं होएगा। कितनी बारी मीटिंगां देखो, नीयत माड़ी है ना सरकार दी। 29 ਨੂੰ ਹੋ ਰਹੀ है, 1 ਨੂੰ ਹੋ ਰਹੀ है, 3 ਨੂੰ ਹੋ ਰਹੀ है, 5 ਨੂੰ ਹੋ ਰਹੀ है, 9 ਨੂੰ ਹੋ ਰਹੀ है, 7-8 मीटिंगां हो चुकियां, सिट्टा के निकलिया कुछ भी नहीं। कदे सानू अतवादी बना रहे हो, कदे खालिस्तानी बना रहे हो, कदे गल तो हैगी किसानी मुद्दियां दी, गल तो हैगी साडे बिलां दी। 1947 ਦੇ ਵਿੱਚ ਕਹਿੰਦੇ ਆਜ਼ਾਦ ਹੋਇਆ, ਮੈਂ ਤਾਂ ਕਹਾਂਗਾ ਵੰਡ ਹੋਈ ਸੀ ਦੇਸ਼ ਦੀ, ਪਰ ਉਦੋਂ 92% ਆਬਾਦੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਔਰ ਉਹ ਕੌਮ ਨੇ ਦਿੱਤੀਆਂ ਜਿਹੜੀ ਸਿਰਫ 2% ਹੈ। 2% ਹੋਣ ਦੇ ਬਾਵਜੂਦ 92% ਕੁਰਬਾਨੀਆਂ ਦੇ ਰਹੇ ਆ, ਤੇ ਸਾਨੂੰ ਤੁਸੀਂ ਕੀ ਦੇ ਕੀ ਰਹੇ ਹੋ ਜੀ? ਅੱਤਵਾਦੀ ਕਹਿ ਰਹੇ ਹੋ, ਹਾਰਡਲਾਈਨਰ ਕਹਿ ਰਹੇ ਹੋ। ਹੁਣ ਤਕਰੀਬਨ ਅੱਜ 14ਵਾਂ ਦਿਨ ਚੱਲ ਰਿਹਾ ਹੈ, ਇੱਕ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਹੋਈ ਹੋਵੇ ਤੁਹਾਡੇ ਦੇਸ਼ ਜਾਂ ਵਰਲਡ ਦੇ ਇਤਿਹਾਸ ਵਿੱਚ ਦੇਖ ਲਿਓ, ਇਟਸ ਅ ਫਸਟ ਕਾਈਂਡ ਆਫ ਐਦਾਂ ਦਾ ਐਜੀਟੇਸ਼ਨ ਹੈ ਜਿੱਥੇ ਕੋਈ ਵਾਇਲੈਂਸ ਨਹੀਂ, ਕਿਸੇ ਨੇ ਕਿਸੇ ਨੂੰ ਫੁੱਲ ਤੱਕ ਨਹੀਂ ਮਾਰਿਆ, ਕਿਸੇ ਨੇ ਕਿਸੇ ਨੂੰ ਕਮੈਂਟ ਤੱਕ ਨਹੀਂ ਪਾਸ ਕੀਤਾ ਹੈਗਾ। ਇੱਥੇ ਧੀਆਂ ਭੈਣਾਂ ਸੋਚਦੀਆਂ ਵੀ ਜੇ ਦੇਸ਼ ਦੇ ਵਿੱਚ ਦਾਮਨੀ ਕਾਂਡ ਉਸ ਦਿੱਲੀ ਦੇ ਵਿੱਚ ਹੁੰਦੇ ਸੀ, ਵੀ ਜੇ ਐਦਾਂ ਦੇ ਸਾਨੂੰ ਮਿਲ ਜਾਣ, ਐਦਾਂ ਦੇ ਵੀਰ ਭਰਾ ਇਹ ਜਿਹੜੇ ਚੱਲ ਕੇ ਆਏ ਨੇ, ਕਿਹੜੀ ਕੌਮ ਹੈ? ਸਾਡੇ ਵਾਸਤੇ ਬਿਹਾਰ, ਗੁਜਰਾਤ, ਮਹਾਰਾਸ਼ਟਰ, ਕੇਰਲਾ, ਹਰਿਆਣਾ, ਪੰਜਾਬ, ਸਾਡਾ ਛੋਟਾ ਭਰਾ ਹਰਿਆਣਾ, ਮੈਂ ਕਹਿੰਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਸਿਜਦਾ ਕਰਦੇ ਹਾਂ, ਸਾਡੇ ਸਲਾਮ ਉਹਨਾਂ ਦੀ ਸੋਚ ਨੂੰ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ। ਅਸੀਂ ਸੈਲੂਟ ਕਰਦੇ ਹਾਂ ਜੀ ਜਸਟਿਨ ਟਰੂਡੋ, ਜਿਹੜੇ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ, ਜਿਨ੍ਹਾਂ ਨੇ ਸਾਡੀ ਇੱਜ਼ਤ ਇੰਨੀ ਜ਼ਿਆਦਾ ਮਤਲਬ ਬੁਲੰਦ ਕੀਤੀ ਹੈ, ਦੂਰ ਦੂਰ ਤੱਕ ਸਾਡੀਆਂ ਇੱਜ਼ਤ ਦੇ ਧੁੰਮਾਂ ਪਾਈਆਂ ਉਹਨਾਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਅਸੀਂ ਹੈਗੇ ਆ ਕੁੰਡਲੀ ਬਾਰਡਰ, ਸ਼ਾਮ ਦਾ ਵੇਲਾ ਆ, ਲੰਗਰ ਤਿਆਰ ਨੇ ਤੇ ਲੰਗਰ ਛਕਾਇਆ ਪੂਰੇ ਜੋਰਾਂ ਸ਼ੋਰਾਂ ਨਾਲ ਜਾ ਰਿਹਾ ਆ। ਤੇ ਇੱਥੇ ਇੱਕ ਪਾਸੇ ਜੇ ਲੰਗਰ ਚੱਲ ਰਿਹਾ, ਦੂਜੇ ਪਾਸੇ ਦੁੱਧ ਦਾ ਲੰਗਰ ਵੀ ਚੱਲ ਰਿਹਾ ਆ, ਤੇ ਹੋਰ ਵੀ ਹਰੇਕ ਤਰੀਕੇ ਦੀ ਇੱਥੇ ਸਹੂਲਤ, ਜਿਵੇਂ ਦਿਨ ਦੇ ਟਾਈਮ ਹੁੰਦੀ ਹੈ ਉਹੀ ਸਹੂਲਤਾਂ ਇਸ ਟਾਈਮ ਰਾਤ ਦੇ ਟਾਈਮ ਵੀ ਅਵੇਲੇਬਲ ਨੇ। ਜਿਹੜੇ ਇੱਥੇ ਦੇ ਲੋਕਲ ਨੇ ਉਹ ਦਿਨੇ ਵੀ ਲੰਗਰ ਖੁੱਲ੍ਹਾ ਛਕਦੇ ਆ ਤੇ ਇਸ ਟਾਈਮ ਵੀ। ਤੇ ਸਾਡੇ ਨਾਲ ਕੁਝ ਵੀਰ ਨੇ ਪੰਜਾਬ ਤੋਂ ਆਏ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਆ। ਅੱਜ ਜੋ ਸਾਰੇ ਦਿਨ ਦੀ ਸਰਕਾਰ ਵੱਲੋਂ, ਸਾਡੇ ਜਿਹੜੇ ਆਗੂ ਨੇ ਉਹਨਾਂ ਵੱਲੋਂ ਜੋ ਡਿਸੀਜ਼ਨ ਹੋਏ, ਜੋ ਅੱਜ ਸਾਰਾ ਕਰਤਾ ਧਰਤਾ ਹੋਇਆ, ਉਹਨਾਂ ਦਾ ਗੱਠਜੋੜ ਜੇ ਆਪਾਂ ਦੇਖੀਏ ਤੇ ਆਪਾਂ ਆਪਣੇ ਵੀਰਾਂ ਤੋਂ ਪੁੱਛਦੇ ਹਾਂ ਕਿ ਉਹ ਕੀ ਸਮਝ ਰਹੇ ਆ, ਕੀ ਸਮਝਾਉਣਾ ਚਾਹ ਰਹੇ ਆ, ਤੇ ਉਹਨਾਂ ਦੀ ਕੀ ਗੱਲਬਾਤ ਹੈ। ਸ਼ਾਇਦ ਉਹਨਾਂ ਦੀ ਗੱਲ ਸਾਡੇ ਚੈਨਲ ਰਾਹੀਂ ਮੋਦੀ ਸਾਹਿਬ ਤੱਕ ਪਹੁੰਚ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ ਕਿੱਥੋਂ ਹੋ ਤੁਸੀਂ? ਫਤਿਹਗੜ੍ਹ ਸਾਹਿਬ ਸ਼ਹੀਦਾਂ ਦੀ ਧਰਤੀ ਤੋਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਧਰਤੀ ਤੋਂ ਆਏ ਆ। ਕਿੰਨੇ ਦਿਨ ਹੋ ਗਏ ਵੀਰ ਜੀ ਤੁਹਾਨੂੰ ਇੱਥੇ ਆਉਣ? ਲਗਭਗ 26 ਤੋਂ ਹੀ ਸਮਝ ਲਓ ਵੀ ਜਦੋਂ ਤੋਂ ਸ਼ੁਰੂ ਹੋਇਆ, 2 ਮਹੀਨੇ ਤੋਂ ਧਰਨੇ ਚੱਲ ਰਹੇ ਨੇ, ਉਦੋਂ ਤੋਂ ਹੀ ਸ਼ਮੂਲੀਅਤ ਹੈ ਲਗਾਤਾਰ ਤਕਰੀਬਨ ਅੱਜ ਦਾ, ਤੇ ਪਹਿਲੇ ਦਿਨ ਤੋਂ ਜੁੜੇ ਹੋਏ ਆ ਜੀ। ਆਪਾਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਅੱਜ ਦੀ ਜਿਹੜੀ ਸਾਰੀ ਕਾਰਵਾਈ ਹੋਈ ਹੈ, ਕਾਰਵਾਈ ਕਹਿ ਸਕਦੇ ਆਪਾਂ, ਉਹਨਾਂ ਵੱਲੋਂ ਕਾਗਜ਼ ਪੱਤਰ ਇੱਥੇ ਆਉਣੇ, ਆਪਣੇ ਆਗੂਆਂ ਨੇ ਉਹ ਨਸ਼ਰ ਕੀਤਾ ਆ ਮੀਡੀਆ ਦੇ ਕੋਲ, ਆਪਣੀ ਸਾਰੀ ਸੰਗਤ ਕੋਲੇ ਉਹਨਾਂ ਨੇ ਆਪਦੇ ਡਿਸੀਜ਼ਨ ਆਪਣੇ ਮਤਲਬ ਜਿਹੜੇ ਇੱਥੇ ਕਿਸਾਨ ਵੀਰ ਭੈਣਾਂ ਨੇ ਉਹਨਾਂ ਤੋਂ ਹੀ ਮੰਗੇ ਆ ਕਿ ਤੁਹਾਡਾ ਜੋ ਹੁਕਮ ਹੋਊਗਾ ਉਹ ਅਸੀਂ ਮੰਨਾਂਗੇ। ਉਸ ਤੋਂ ਬਾਅਦ ਹੁਣ ਉਹਨਾਂ ਨੇ ਮਨਾ ਕਰ ਦਿੱਤਾ ਹੈ ਕਿ ਉਹ ਮੀਟਿੰਗ ਨਹੀਂ ਕਰਨਗੇ। ਉਹ ਜਿਹੜੇ ਕਾਗਜ਼ ਪੱਤਰਾਂ 'ਤੇ ਸਰਕਾਰ ਵੱਲੋਂ ਸੁਨੇਹਾ ਆਇਆ ਸੀ ਉਹ ਮੰਨਣ ਤੋਂ ਉਹਨਾਂ ਨੇ ਨਾ ਕਰ ਦਿੱਤੀ ਹੈ। ਹੁਣ ਤੁਹਾਨੂੰ ਕੀ ਲੱਗਦਾ ਆ ਕਿ ਹੁਣ ਮੀਟਿੰਗ ਵੀ ਨਹੀਂ ਹੋਣੀ, ਸਰਕਾਰ ਨਾਲ ਗੱਲਬਾਤ ਵੀ ਨਹੀਂ ਅਜੇ ਹੋਣ ਦੇ ਕੋਈ ਚਾਂਸ ਹੈਗੇ, ਤੇ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਕੀ ਹੋ ਸਕਦਾ ਜਾਂ ਕੀ ਹੋਣਾ ਚਾਹੀਦਾ? ਦੇਖੋ, ਸ਼ਾਹ ਮੁਹੰਮਦ ਦਾ ਗੱਲ ਤਾਂ ਉਹ ਹੋ ਸੀ ਜਿਹੜਾ ਚਾਹੇਗਾ ਖਾਲਸਾ ਪੰਥ ਮੀਆਂ। ਗੱਲ ਉਹ ਹੋਣੀ ਹੈ ਜੋ ਸਾਨੂੰ ਮਨਜ਼ੂਰ ਹੈ, ਕਿਉਂਕਿ ਬਿੱਲ ਸਾਡੇ ਬਾਰੇ ਨੇ, ਕਾਨੂੰਨ ਸਾਡੇ ਬਾਰੇ ਬਣਿਆ, ਜੋ ਅਸੀਂ ਚਾਹਾਂਗੇ ਉਹ ਹੋਏਗਾ, ਜੋ ਸਰਕਾਰ ਚਾਹੇਗੀ ਉਹ ਨਹੀਂ ਹੋਏਗਾ। ਅਸੀਂ ਫਿਰ ਵੀ ਸਾਰੇ ਬੋਲਬਾਣੀ ਦੇ ਰਸਤੇ ਖੁੱਲ੍ਹੇ ਰੱਖੇ ਸੀ ਮੀਟਿੰਗਾਂ ਦੇ। ਕਿੰਨੀ ਵਾਰੀ ਮੀਟਿੰਗਾਂ ਦੇਖੋ, ਨੀਅਤ ਮਾੜੀ ਹੈ ਨਾ ਸਰਕਾਰ ਦੀ। 29 ਨੂੰ ਹੋ ਰਹੀ ਹੈ, 1 ਨੂੰ ਹੋ ਰਹੀ ਹੈ, 3 ਨੂੰ ਹੋ ਰਹੀ ਹੈ, 5 ਨੂੰ ਹੋ ਰਹੀ ਹੈ, 9 ਨੂੰ ਹੋ ਰਹੀ ਹੈ, 7-8 ਮੀਟਿੰਗਾਂ ਹੋ ਚੁੱਕੀਆਂ, ਸਿੱਟਾ ਕੇ ਨਿਕਲਿਆ ਕੁਛ ਵੀ ਨਹੀਂ। ਇਟ ਮੀਨਸ ਕਿ ਸਮਥਿੰਗ ਇਜ਼ ਬੈਡ, ਸਮਥਿੰਗ ਰੋਂਗ, ਇੰਟੈਂਸ਼ਨ ਮਾੜੀ ਉਹਨਾਂ ਦੀ, ਨਹੀਂ ਕਰਨਾ ਚਾਹੁੰਦੇ। ਅਸੀਂ ਤਾਂ ਫਿਰ ਵੀ ਉਹ ਕੀ ਚਾਹੁੰਦੇ ਨੇ ਵੀ ਅਸੀਂ ਬਾਰ-ਬਾਰ ਬੁਲਾਈਏ, ਇਹ ਨਾ ਕਰਨ, ਅਸੀਂ ਆਖੀਏ ਵੀ ਨਹੀਂ ਜੀ ਆ ਨਹੀਂ ਰਹੇ ਹੈਗੇ। ਇਹ ਜਿਹੜੀ ਨੈਸ਼ਨਲ ਮੀਡੀਆ ਵਾ ਉਹਦੇ ਥਰੂ ਆਪਾਂ ਨੂੰ ਜਿਹੜੇ ਦੇਸ਼ ਵਾਸੀ ਜਿਹੜੇ ਖੇਤੀ ਸੂਬੇ ਤੋਂ ਕਨੈਕਟਡ ਨਹੀਂ ਹੈਗੇ ਉਹਨਾਂ ਦੇ ਮਤਲਬ ਆਪਣੀਆਂ ਵੋਟਾਂ ਪੱਕੀਆਂ ਰੱਖਣਾ ਚਾਹੁੰਦੇ ਆ ਕਿ ਆਪਾਂ ਨੂੰ ਗਲਤ ਮਹਿਸੂਸ ਕਰਵਾ ਕੇ। ਦੇਖੋ, ਜਿਹੜਾ ਨੈਸ਼ਨਲ ਮੀਡੀਆ, ਮੈਂ ਤਾਂ ਟੂ ਬੀ ਵੈਰੀ ਫਰੈਂਕਲੀ ਕੁਛ ਨੂੰ ਛੱਡ ਕੇ ਮੇਰਾ ਸਲਾਮ ਹੈ ਜਿਹੜੇ ਕੁਛ ਚੰਗੀ ਗੱਲ ਕਰ ਰਹੇ ਨੇ, ਜਿਹੜੀ ਪੀਲੀ ਪੱਤਰਕਾਰੀ ਨਹੀਂ ਕਰ ਰਹੇ। ਜਿਹੜਾ ਗੋਦੀ ਮੀਡੀਆ, ਅਸੀਂ ਤਾਂ ਉੱਥੇ ਇਹਨਾਂ ਨੂੰ ਵੜਨ ਨਹੀਂ ਦੇ ਰਹੇ ਹੈਗੇ। ਤੁਸੀਂ ਦੇਖੋ, ਜਦੋਂ ਲੋਕਾਂ ਦੇ ਅੰਦਰ ਦਾ ਲਾਵਾ ਬਾਹਰ ਆ ਜਾਂਦਾ ਨਾ,
ਫਿਰ ਜਦੋਂ ਆਵਾਮ ਤੁਰ ਪੈਂਦਾ, ਜਦੋਂ ਯੋਧੇ ਪੈਰਾਂ ਨਾਲ ਤੁਰਨਾ ਬੰਦ ਕਰ ਦਿੰਦੇ ਨੇ ਨਾ, ਥੱਕ ਜਾਂਦੇ ਨੇ, ਤਾਂ ਫਿਰ ਦਿਮਾਗ ਨਾਲ ਤੁਰਨਾ ਸ਼ੁਰੂ ਕਰ ਦਿੰਦੇ ਨੇ। ਸੋ ਇਹ ਜਿਹੜਾ ਜਿੰਨਾ ਵੀ ਗੋਦੀ ਮੀਡੀਆ ਅਸੀਂ ਤਾਂ ਉਹਨਾਂ ਨੂੰ ਨਾ ਕੋਈ ਇੰਟਰਵਿਊ ਦੇ ਰਹੇ ਹਾਂ, ਨਾ ਉਹਨਾਂ ਨੂੰ ਕੋਈ ਬਾਈਟ ਦੇ ਰਹੇ ਹਾਂ, ਨਾ ਉਹਨਾਂ ਨੂੰ ਇੱਥੇ ਬੁਲਾ ਰਹੇ ਹਾਂ, ਧੱਕੇ ਨਾਲ ਆਈ ਜਾ ਰਹੇ ਨੇ। ਤੁਹਾਡੇ ਨੂੰ ਸਿੱਜਦਾ ਜਿਹੜਾ ਤੁਸੀਂ ਹੱਕ ਤੇ ਸੱਚ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਰਹੇ ਹੋ, ਸੋਸ਼ਲ ਮੀਡੀਆ ਜਾਂ ਕੁਝ ਸਿੱਖ ਚੈਨਲ ਤੁਸੀਂ ਲੱਗੇ ਹੋਏ ਹੋ, ਬੜਾ ਵਧੀਆ ਆਪਣਾ ਕਾਰਜ ਕਰ ਰਹੇ ਹੋ। ਇੱਥੋਂ ਦੀ ਗੱਲ ਮੀਡੀਆ ਦਾ ਕੰਮ ਕੀ ਹੁੰਦਾ ਹੈ? ਸੰਗਤ ਦੀ ਗੱਲ, ਆਵਾਮ ਦੀ ਗੱਲ ਪੂਰੀ ਦੁਨੀਆ 'ਚ ਪਹੁੰਚਾਓ। ਜੇ ਤੁਸੀਂ ਇੱਥੋਂ ਗੱਲ ਲੈ ਕੇ ਵਿਚਾਰੇ ਕੋਈ ਕਿਸੇ ਕੋਲੋਂ ਧੱਕੇ ਨਾਲ ਜ਼ਬਰਨ ਉਹਨਾਂ ਦੇ ਮੂੰਹ 'ਚੋਂ ਗੱਲ ਕਹਾ ਕੇ ਉਹਨੂੰ ਤੁਸੀਂ ਗਲਤ ਚੀਜ਼ ਨੂੰ ਐਡੀਟਿੰਗ ਕਰਕੇ ਵਾਇਰਲ ਕਰੋਗੇ, ਡੈਟਸ ਨੋਟ, ਉਹਨੂੰ ਜਰਨਲਿਜ਼ਮ ਥੋੜਾ ਕਹਾਂਗੇ, ਉਹ ਕੋਈ ਪੱਤਰਕਾਰੀ ਥੋੜਾ ਕੋਈ, ਉਹ ਤਾਂ ਟੋਟਲੀ ਨੈਗੇਟਿਵਿਟੀ ਫੈਲਾਉਣ ਦਾ ਕੰਮ ਹੈ। ਤੁਸੀਂ ਬਦਨਾਮ ਕਰਨਾ ਚਾਹ ਰਹੇ ਹੋ, ਕਦੇ ਸਾਨੂੰ ਅੱਤਵਾਦੀ ਬਣਾ ਰਹੇ ਹੋ, ਕਦੇ ਖਾਲਸਤਾਨੀ ਬਣਾ ਰਹੇ ਹੋ, ਕਦੇ ਗੱਲ ਤਾਂ ਹੈਗੀ ਕਿਸਾਨੀ ਮੁੱਦਿਆਂ ਦੀ, ਗੱਲ ਤਾਂ ਹੈਗੀ ਸਾਡੇ ਬਿੱਲਾਂ ਦੀ। ਤੁਸੀਂ ਆ ਕੇ ਇਹ ਜੇ ਗੱਲ ਕਰਨੀ ਹੈ ਤਾਂ ਉਦੋਂ 6 ਜੂਨ ਨੂੰ ਉੱਥੇ ਕਰਿਓ, ਉੱਥੇ ਇਸੇ ਮਾਮਲੇ ਦਾ ਇਕੱਠ ਹੁੰਦਾ ਹੈ। ਇੱਥੇ ਸਿਰਫ ਇਕੱਠ ਅੱਜ ਦੀ ਗੱਲ 'ਚ ਕਰਨ ਨਾਲ ਜੀ ਗੱਲ ਕਰੋ। ਤੇ ਤੁਸੀਂ ਬਦਨਾਮ ਇਹਨਾਂ ਨੂੰ ਕਰ ਰਹੇ ਆ। ਮੈਂ ਉਹ ਗੋਦੀ ਮੀਡੀਆ ਨੂੰ ਕਹਿਣਾ ਚਾਹੁੰਦਾ, ਜਿਹੜੇ ਸਿੱਖਾਂ ਨੇ ਤੁਹਾਡੇ ਵਾਸਤੇ 92% ਕੁਰਬਾਨੀਆਂ ਦਿੱਤੀਆਂ, ਇਹ ਦੇਸ਼ ਤੁਹਾਡੇ ਬਾਪ ਦਾ ਨਹੀਂ ਹੈਗਾ, ਇਹ ਦੇਸ਼ ਦੇ ਵਿੱਚ ਸਾਡਾ ਉਸ ਤੋਂ ਵੱਧ ਯੋਗਦਾਨ ਹੈ। 1947 ਦੇ ਵਿੱਚ ਕਹਿੰਦੇ ਆਜ਼ਾਦ ਹੋਇਆ, ਮੈਂ ਤਾਂ ਕਹਾਂਗਾ ਵੰਡ ਹੋਈ ਸੀ ਦੇਸ਼ ਦੀ, ਪਰ ਉਦੋਂ 92% ਆਬਾਦੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ, ਔਰ ਉਹ ਕੌਮ ਨੇ ਦਿੱਤੀਆਂ ਜਿਹੜੀ ਸਿਰਫ 2% ਹੈ। 2% ਹੋਣ ਦੇ ਬਾਵਜੂਦ 92% ਕੁਰਬਾਨੀਆਂ ਦੇ ਰਹੇ ਆ, ਤੇ ਸਾਨੂੰ ਤੁਸੀਂ ਕੀ ਦੇ ਕੀ ਰਹੇ ਹੋ ਜੀ? ਅੱਤਵਾਦੀ ਕਹਿ ਰਹੇ ਹੋ, ਹਾਰਡਲਾਈਨਰ ਕਹਿ ਰਹੇ ਹੋ। ਔਰ ਉਹ ਕੌਮ ਜਿੱਥੇ ਤੁਸੀਂ ਆ ਕੇ ਦੇਖੋ ਲੰਗਰ ਲੱਗੇ ਹੋਏ ਨੇ, ਤੁਸੀਂ ਆਪ ਆ ਕੇ ਦੇਖਿਆ ਵੀ ਪਿਛਲੇ 2 ਮਹੀਨੇ ਤੋਂ ਧਰਨੇ ਜਾਰੀ ਨੇ, ਹੁਣ ਤਕਰੀਬਨ ਅੱਜ 14ਵਾਂ ਦਿਨ ਚੱਲ ਰਿਹਾ ਹੈ। ਇੱਕ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਹੋਈ ਹੋਵੇ ਤੁਹਾਡੇ ਦੇਸ਼ ਜਾਂ ਵਰਲਡ ਦੇ ਇਤਿਹਾਸ ਵਿੱਚ ਦੇਖ ਲਿਓ, ਇਟਸ ਅ ਫਸਟ ਕਾਈਂਡ ਆਫ ਐਦਾਂ ਦਾ ਐਜੀਟੇਸ਼ਨ ਹੈ ਜਿੱਥੇ ਕੋਈ ਵਾਇਲੈਂਸ ਨਹੀਂ, ਕਿਸੇ ਨੇ ਕਿਸੇ ਨੂੰ ਫੁੱਲ ਤੱਕ ਨਹੀਂ ਮਾਰਿਆ, ਕਿਸੇ ਨੇ ਕਿਸੇ ਨੂੰ ਕਮੈਂਟ ਤੱਕ ਨਹੀਂ ਪਾਸ ਕੀਤਾ ਹੈਗਾ। ਇੱਥੇ ਧੀਆਂ ਭੈਣਾਂ ਸੋਚਦੀਆਂ ਵੀ ਜੇ ਦੇਸ਼ ਦੇ ਵਿੱਚ ਦਾਮਨੀ ਕਾਂਡ ਉਸ ਦਿੱਲੀ ਦੇ ਵਿੱਚ ਹੁੰਦੇ ਸੀ, ਵੀ ਜੇ ਐਦਾਂ ਦੇ ਸਾਨੂੰ ਮਿਲ ਜਾਣ, ਐਦਾਂ ਦੇ ਵੀਰ ਭਰਾ, ਇਹ ਜਿਹੜੇ ਚੱਲ ਕੇ ਆਏ ਨੇ, ਕਿਹੜੀ ਕੌਮ ਹੈ? ਦੇਖੋ ਘੋੜੇ ਦੇ ਕਾਠੀਆਂ ਤੋਂ ਸਾਡਾ ਸਫ਼ਰ ਸ਼ੁਰੂ ਹੋਇਆ। ਘੋੜੇ ਦੇ ਕਾਠੀਆਂ ਤੋਂ ਲੈ ਕੇ ਅਸੀਂ ਟਰਾਲੀਆਂ ਦੇ ਵਿੱਚ ਆ ਕੇ ਬੈਠੇ ਹਾਂ। ਇਹ ਕੋਈ ਘਰੋਂ ਉਹ ਨਹੀਂ ਹੈਗੇ, ਇਹਨਾਂ ਵਿੱਚ ਹਰ ਤਰ੍ਹਾਂ ਦਾ ਸਾਡਾ ਮਜ਼ਦੂਰ ਸਾਡੇ ਨਾਲ, ਸਾਡਾ ਸੀਰੀ ਸਾਡੇ ਨਾਲ, ਸਾਡੇ ਕਿਸਾਨ ਸਾਡੇ, ਅਸੀਂ ਸਾਰੇ ਇਕੱਠੇ ਹਾਂ, ਇਕਜੁੱਟਾਂ। ਇਹ ਪਾੜਨਾ ਚਾਹੁੰਦੇ ਨੇ, ਇਹ ਡਿਵਾਈਡ ਐਂਡ ਰੂਲ ਦੀ ਨੀਤੀ ਖੇਡਣਾ ਚਾਹੁੰਦੇ ਨੇ। ਇਹ ਪਹਿਲੀ ਵਾਰੀ ਨਹੀਂ ਖੇਡਣ ਲੱਗੇ ਹੈਗੇ, ਸ਼ੁਰੂ ਤੋਂ ਚੱਲਦੀ ਆ ਰਹੀ ਹੈ। ਇਹਨਾਂ ਨੇ ਸ਼ੁਰੂ ਤੋਂ ਇਹਨਾਂ ਦੀ ਪਾਲਿਸੀ ਰਹੀ ਹੈ ਕਿ ਇਹਨਾਂ ਨੂੰ ਪਾੜੋ ਤੇ ਰਾਜ ਕਰੋ। ਤੇ ਪਰ ਇਹ ਸਾਰੇ ਇਸ ਟਾਈਮ ਇਕਜੁੱਟਾਂ ਸਾਡੇ ਵਾਸਤੇ ਬਿਹਾਰ, ਗੁਜਰਾਤ, ਮਹਾਰਾਸ਼ਟਰ, ਕੇਰਲਾ, ਹਰਿਆਣਾ, ਪੰਜਾਬ, ਸਾਡਾ ਛੋਟਾ ਭਰਾ ਹਰਿਆਣਾ, ਮੈਂ ਕਹਿੰਦਾ ਅਸੀਂ ਸਾਰਿਆਂ ਦਾ ਤਹਿ ਦਿਲੋਂ ਸਿਜਦਾ ਕਰਦੇ ਹਾਂ। ਸਾਡੇ ਸਲਾਮ ਹੈ ਉਹਨਾਂ ਦੀ ਸੋਚ ਨੂੰ, ਜਿਹੜੇ ਮੋਢੇ ਨਾਲ ਮੋਢਾ ਲਾ ਕੇ ਖੜ ਗਏ। ਔਰ ਮੂੰਹ ਦੀ ਖਾਣੀ ਪਈ ਹੈ ਇਹਨਾਂ ਨੂੰ, ਸਰਕਾਰ ਨੂੰ। ਉਹਨਾਂ ਨੇ ਚਾਹੁੰਦੇ ਸੀ ਕਿ ਇਹਨਾਂ ਨੂੰ ਪਾੜ ਕੇ ਦੂਰ ਕਰ ਦਈਏ, ਪਰ ਲੋਕੀ ਇਕੱਠੇ ਹੋ ਚੁੱਕੇ ਨੇ। ਜਦੋਂ ਆਵਾਮ ਇਕੱਠਾ ਹੋ ਜਾਂਦਾ ਨਾ, ਫਿਰ ਜ਼ਾਬਰ ਤੇ ਜ਼ੁਲਮ ਦੀ ਹੱਦ ਜਦੋਂ ਮੁੱਕ ਜਾਂਦੀ ਹੈ ਤੇ ਉਹਦਾ ਨੇਸਤੇ ਨਬੂਦ ਹੋ ਜਾ ਕਰਦਾ। ਸਰ, ਜਦੋਂ ਤੇ ਮੋਦੀ ਸਰਕਾਰ ਦੇ ਵਿੱਚ ਆਏ ਨੇ, ਪੀਐਮ ਬਣੇ ਨੇ, ਉਹਨਾਂ ਦੀ ਜਿਹੜੀ ਬਾਹਰਲੀ ਯਾਤਰਾ ਹੈ ਦੇਸ਼ਾਂ ਦੀ ਬਹੁਤ ਜ਼ਿਆਦਾ ਰਹੀ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਹੈ। ਹੁਣ ਜਦੋਂ ਬਾਹਰਲੇ ਕੈਨੇਡਾ ਦੇ ਜਸਟਿਨ ਟਰੂਡੋ ਹੋ ਗਏ, ਆਪਣੇ ਬਰਾਕ ਓਬਾਮਾ ਹੋ ਗਏ, ਜਾਂ ਕੋਈ ਹੋਰ ਬਾਹਰੋਂ, ਹਾਂਜੀ ਕਾਫੀ ਨੇ ਅਮਰੀਕਾ ਤੋਂ ਉਹਨਾਂ ਨੂੰ ਚਿੱਠੀ ਵੀ ਆ ਚੁੱਕੀ ਹੈ ਲੀਗਲ, ਜਿਹੜਾ ਉਹਨਾਂ ਨੇ ਕਿਹਾ ਹੈ ਕਿ ਇਹ ਚੀਜ਼ ਗਲਤ ਹੈ। ਹੁਣ ਮੋਦੀ ਸਾਹਿਬ ਕਿਉਂ ਨਹੀਂ ਉਸ ਚੀਜ਼ ਨੂੰ ਕਹਿੰਦੇ? ਅੱਗੇ ਤਾਂ ਕਹਿੰਦੇ ਸੀਗੇ ਕਿ ਜੇ ਬਾਹਰਲਿਆਂ ਨਾਲ ਸਾਡੀ ਵਾਰਤਾਲਾਪ ਹੀ ਨਹੀਂ ਹੋਈ, ਅਸੀਂ ਮਿਲੇ ਹੀ ਨਹੀਂ, ਤੇ ਸ਼ਾਇਦ ਅਸੀਂ ਬਹੁਤ ਪਿੱਛੇ ਰਹਿ ਲਾਂਗੇ। ਐਕਚੁਅਲੀ ਦਿਸ ਇਜ਼ ਨੋਟ ਦਾ ਡਿਊਟੀ ਆਫ ਦਾ ਪ੍ਰਾਈਮ ਮਿਨਿਸਟਰ। ਪ੍ਰਾਈਮ ਮਿਨਿਸਟਰ ਦਾ ਕੰਮ ਕੀ ਹੁੰਦਾ? ਇੱਥੇ ਬਹਿ ਕੇ ਸਿਰਫ ਦਿਮਾਗ ਨਾਲ ਕੰਮ ਲਵੇ ਤੇ ਆਪਣੇ ਦੇਸ਼ ਦੇ ਲੋਕਾਂ ਬਾਰੇ ਸੋਚਣੇ। ਇਹ ਤਾਂ ਮੈਨੂੰ ਲੱਗਦਾ ਇਹਨੂੰ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਪ੍ਰਾਈਮ ਮਿਨਿਸਟਰ ਬਣ ਗਿਆ ਤੇ ਇਹਨੇ ਸੋਚਿਆ ਮੈਂ ਤਾਂ ਘੁੰਮਣ ਤੇ ਲੱਕ ਬੰਦ ਵਾਂ। ਉਹ ਭਰਾਵਾ, ਜੇ ਤੂੰ ਘੁੰਮਣਾ ਹੈ ਆਪਣੇ ਪੱਲਿਓਂ ਪੈਸੇ ਲਾ, ਟੂਰਿਸਟ ਆਪਣਾ ਵੀਜ਼ਾ ਲੈ ਤੇ ਆਪਣਾ ਘੁੰਮ ਕੇ ਆ ਜਿਵੇਂ ਮਰਜ਼ੀ। ਪ੍ਰਾਈਮ ਮਿਨਿਸਟਰ ਬਣ ਕੇ ਤੇਰਾ ਕੰਮ ਘੁੰਮਣਾ ਨਹੀਂ ਹੈਗਾ। ਜਦੋਂ ਇਹ ਸੀਐਮ ਸੀਗੇ ਉਦੋਂ ਤਾਂ ਉਹਨਾਂ ਨੇ, ਅਮਰੀਕਾ ਵਾਲਿਆਂ ਨੇ ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ। ਗੱਲ ਕਰਦਾ, ਉਦੋਂ ਐਂਟਰੀ ਬੰਦ ਕਰਤੀ ਅਮਰੀਕਾ ਵਾਲਿਆਂ ਨੇ। ਤੁਸੀਂ ਦੇਖੋ ਉਸ ਇਨਸਾਨ ਦਾ ਕੀ ਕਿਰਦਾਰ ਹੋਏਗਾ। ਇੱਕ ਚੀਫ ਮਿਨਿਸਟਰ ਹੁੰਦੇ ਹੋਏ ਉਹਨੂੰ ਵਰਲਡ ਦੀ ਸਭ ਤੋਂ ਸੁਪਰੀਮ ਪਾਵਰ ਅਮਰੀਕਾ ਆਪਣੇ ਐਂਟਰ ਨਹੀਂ ਹੋਣ ਦੇ ਰਿਹਾ। ਹੁਣ ਦੇ ਰਿਹਾ ਕਿਉਂਕਿ ਇਹ ਪ੍ਰੋਟੋਕੋਲ ਹੈ। ਪ੍ਰਾਈਮ ਮਿਨਿਸਟਰ ਨੇ, ਕਿਸੇ ਇੰਡੀਆ ਦਾ ਕੋਈ ਪ੍ਰਾਈਮ ਮਿਨਿਸਟਰ ਹੋਣਾ ਕਿਸੇ ਕੰਟਰੀ ਦਾ, ਤਾਂ ਪ੍ਰੋਟੋਕੋਲ ਦੇ ਮੁਤਾਬਕ ਉਹਨੂੰ ਜਾਣਾ ਪੈਂਦਾ ਹੈ। ਤੇ ਅਸੀਂ ਸੈਲੂਟ ਕਰਦੇ ਹਾਂ ਜੀ ਜਸਟਿਨ ਟਰੂਡੋ, ਜਿਹੜੇ ਪ੍ਰਾਈਮ ਮਿਨਿਸਟਰ ਨੇ ਕੈਨੇਡਾ ਦੇ, ਜਿਨ੍ਹਾਂ ਨੇ ਸਾਡੀ ਇੱਜ਼ਤ ਇੰਨੀ ਜ਼ਿਆਦਾ ਮਤਲਬ ਬੁਲੰਦ ਕੀਤੀ ਹੈ, ਦੂਰ ਦੂਰ ਤੱਕ ਸਾਡੀਆਂ ਇੱਜ਼ਤ ਦੇ ਧੁੰਮਾਂ ਪਾਈਆਂ ਉਹਨਾਂ ਨੇ। ਔਰ ਉਹਨਾਂ ਨੇ ਕਿਹਾ ਵੀ ਮੈਂ ਕਿਸਾਨਾਂ ਦੇ ਨਾਲ ਖੜਾ, ਜੇ ਬਿਲਕੁਲ ਇਹ ਗਲਤ ਕਰਨਗੇ ਤਾਂ ਮੈਂ ਖਿਲਾਫ ਇਹਦੇ। ਦੂਜੀ ਗੱਲ, ਵਾਈਸ ਪ੍ਰੈਜ਼ੀਡੈਂਟ USA ਦੀ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ, ਕੈਮਿਲਾ ਹੈਰਿਸ, ਤੇ ਉਹਨਾਂ ਨੇ ਇੰਨਾ ਜ਼ਿਆਦਾ ਵਧੀਆ ਦੇਖੋ ਰਿਸਪੌਂਸ ਹੈ। UNO ਦੇ ਵਿੱਚ, ਯੂਰਪ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਅਮਰੀਕਾ, ਕੈਨੇਡਾ, ਸਾਰੀਆਂ ਕੰਟਰੀਆਂ, ਕਿਉਂ? ਉੱਥੇ ਹਿਊਮਨ ਰਾਈਟਸ ਦੀ ਵੈਲਿਊ ਹੈ, ਉੱਥੇ ਮਨੁੱਖੀ ਅਧਿਕਾਰਾਂ ਨੂੰ, ਮਨੁੱਖੀ ਗੁਣਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਹ ਸਮਝਦੇ ਨੇ ਕਿ ਜਿਹੜੇ ਕਿਸਾਨ ਨੇ ਇਹ ਹੱਕ ਤੇ ਸੱਚ ਦੀ ਗੱਲ ਕਰਦੇ ਨੇ, ਇਹਨਾਂ ਦੇ ਪੇਟ ਦੇ ਉੱਪਰ ਲੱਤ ਮਾਰੀ ਜਾਈ ਹੈ। ਤੁਸੀਂ ਦੇਖੋ ਕੋਈ ਦੇਸ਼ ਦਾ ਪ੍ਰਾਈਮ ਮਿਨਿਸਟਰ ਇਹ ਚਾਹੇਗਾ ਕਿ ਸਾਰੀ ਦੁਨੀਆ, ਸਾਰਾ ਆਪਣਾ ਜਿੰਨਾ ਉਹਦਾ ਦੇਸ਼ ਹੈ, ਉਹਨੂੰ ਸਾਰਿਆਂ ਨੂੰ ਨਿਗਲੈਕਟ ਕਰਕੇ ਸਿਰਫ 5 ਜਾਣੇ ਜਾਂ 4 ਜਾਣੇ, ਅੰਬਾਨੀ, ਅਡਾਨੀ, ਉਹਨਾਂ ਦੇ ਹੱਥ ਦੇ ਦਿਓ? ਇਹ ਕੀ ਗੱਲ ਹੈ?
ਮੋਦੀ ਸਾਹਿਬ ਕਹਿੰਦੇ ਜੀ ਅਸੀਂ ਤਾਂ ਦੇਸ਼ ਨੂੰ ਟੁੱਟਣ ਹੀ ਨਹੀਂ ਦੇਵਾਂਗੇ, ਤਾਂ ਪੋਲੀਟੀਕਲ ਪ੍ਰੈਸ਼ਰ ਹੈ ਕਿਸਾਨਾਂ ਦੇ ਉੱਤੇ ਜਾਂ ਉਹਨਾਂ ਨੂੰ ਭੜਕਾਇਆ ਜਾ ਰਿਹਾ ਵਾ। ਉਹ ਤਾਂ ਮਤਲਬ ਜੇ ਉਹਨਾਂ ਨੇ ਕੱਲ ਅੱਜ ਜਵਾਬ ਦੇਤਾ ਇੱਕ ਇਸ ਤਰੀਕੇ ਨਾਲ ਤਾਂ ਉਹ ਆਪਣੇ ਬਿਆਨਾਂ ਤੇ ਕਾਇਮ ਨੇ, ਉਹਨਾਂ ਨੂੰ ਕੋਈ ਇਸ ਚੀਜ਼ ਦਾ ਫਰਕ ਨਹੀਂ ਪੈਂਦਾ ਕਿ ਆਪਾਂ ਕੀ ਕਰ ਰਹੇ। ਦੇਖੋ ਕਈ ਵਾਰੀ ਹੁੰਦਾ ਨਾ, ਕਈ ਵਾਰੀ ਜਿਹੜਾ ਜ਼ਾਲਮ ਹੁੰਦਾ ਨਾ ਉਹ ਆਪਣੇ ਆਪ ਨੂੰ ਮੰਨਦਾ ਨਹੀਂ ਹੁੰਦਾ ਹੈਗਾ। ਲੱਖ ਕਸੂਰ ਕਰੀ ਜਾਵੇ, ਉਹਦੇ ਇਕੱਲੇ ਦੇ ਕਹਿਣ ਨਾਲ, ਕਦੀ ਚੋਰ ਕਹਿੰਦਾ ਮੈਂ ਚੋਰੀ ਕੀਤੀ ਹੈ, ਠੱਗ ਕਹਿੰਦਾ ਮੈਂ ਠੱਗੀ ਮਾਰੀ ਹੈ, ਡਾਕੂ ਕਹਿੰਦਾ ਮੈਂ ਡਕੈਤੀ ਕੀਤੀ ਹੈ, ਜੋ ਕਰ ਰਿਹਾ ਸਾਨੂੰ ਸਭ ਕੁਝ ਪਤਾ ਹੈ। ਕੱਲਾ ਮੈਨੂੰ ਦੇਖੋ, ਸਾਰੇ ਤੁਹਾਨੂੰ ਚਿਹਰੇ ਇਹ ਬੀਬੇ ਚਿਹਰੇ ਲੱਗ ਰਹੇ ਨੇ। ਸਾਡੇ ਨਾਲ ਅੱਜ ਹਰਿਆਣਾ, ਯੂਪੀ, ਮਹਾਰਾਸ਼ਟਰ ਸਾਰੇ ਕਿਸਾਨ ਨੇ, ਤੁਹਾਡੇ ਵਰਗੀਆਂ ਧੀਆਂ ਭੈਣਾਂ, ਨਿੱਕੇ ਨਿੱਕੇ ਬੱਚੇ, ਜਿਹੜੇ 4 ਸਾਲ ਦੇ ਬੱਚਾ ਜਿਹਨੂੰ ਮਾੜਾ ਮੋਟਾ ਦੁਨੀਆਦਾਰੀ ਸਮਝ ਆ, ਉਹ ਵੀ ਸਮਝ ਰਿਹਾ ਕਿ ਧੱਕਾ ਹੋ ਰਿਹਾ। ਪੂਰੇ ਦੁਨੀਆ ਸਮਝ ਰਹੀ ਧੱਕਾ ਹੋ ਰਿਹਾ, ਤੇ ਇਹ ਕਾਕਾ ਜੀ ਨੂੰ ਪਤਾ ਨਹੀਂ ਮੇਰੇ ਨਾਲ ਧੱਕਾ ਹੋ ਰਿਹਾ, ਸਾਡੇ ਨਾਲ ਧੱਕਾ ਕਰ ਰਿਹਾ, ਇਹਨੂੰ ਪਤਾ ਨਹੀਂ ਕਰ ਆਪ ਰਿਹਾ, ਇਹ ਰਲ ਕੇ ਸਾਰੀ ਜੁੰਡਲੀ ਕਰ ਰਹੀ ਹੈ। ਤੇ ਬਿਲਕੁਲ ਮਤਲਬ ਇਹ ਕੋਈ ਹੱਦ ਹੈ ਨਾ, ਦੇਖੋ ਗੱਲ ਦੀ ਕਿਸੇ ਚੀਜ਼ ਦੀ ਹੱਦ ਹੁੰਦੀ ਹੈ, ਕਰਨ ਦੇ ਬਾਵਜੂਦ ਵੀ ਕਰੀ ਜਾ ਰਹੇ, ਮੈਂ ਨਹੀਂ ਕਰ ਰਿਹਾ ਹੈਗਾ। ਤੂੰ ਸਾਡੇ ਵਾਸਤੇ ਬਿੱਲ ਬਣਾਏ ਨੇ, ਸਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਵਾਸਤੇ ਕੀ ਚੰਗਾ ਹੈ ਕੀ ਮਾੜਾ। ਤੇਰੀ ਗੱਲ ਨਹੀਂ ਸੁਣਨ ਚ ਅਸੀਂ ਗੱਲ ਬੰਨੀ ਹੈਗੀ, ਤੂੰ ਕਹਿ ਰਿਹਾ ਵੀ ਤੁਹਾਡੇ ਵਾਸਤੇ ਬਣਾਏ ਨੇ, ਤੁਹਾਡੇ ਵਾਸਤੇ ਚੰਗੇ ਨੇ, ਯਾਰ ਸਾਨੂੰ ਪਤਾ ਚੰਗੇ ਨੇ ਕਿ ਮਾੜੇ ਨੇ। ਤੈਨੂੰ ਐਂ ਲੱਗ ਰਿਹਾ ਵੀ ਇੱਥੋਂ ਦਾ ਕਿਸਾਨ ਅਨਪੜ੍ਹ ਨਹੀਂ ਹੈਗਾ, ਜਾਗਿਆ ਹੋਇਆ ਕਿਸਾਨ ਹੈ। ਸਾਡੇ ਵਿੱਚ ਕੋਈ MBA ਹੈ, ਕੋਈ ਐਡਵੋਕੇਟ ਹੈ, ਕੋਈ ਪ੍ਰੋਫੈਸਰ ਹੈ, ਕੋਈ ਲੈਕਚਰਰ ਹੈ, ਮਤਲਬ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ, ਕਪੂਰ ਸਿੰਘ ਵਰਗੇ ਬੱਚੇ ਤਾਂ ਸਾਡੇ ਸਾਰੇ ਐਡਿਟ ਕਰ ਗਏ। ਜਿਹੜੀ ਆਪਣੀ ਕਹਿ ਲਓ ਕਿ ਇੰਡੀਆ ਦੀ ਮੀਡੀਆ ਹੈ, ਉਹਨੇ ਤਾਂ ਐਕਟੀ ਬਹੁਤ ਜ਼ਿਆਦਾ ਇਸ ਚੀਜ਼ ਨੂੰ ਚੱਕਿਆ ਕਿ ਕਿਸਾਨ ਅੰਗਰੇਜ਼ੀ ਬੋਲਦੇ ਆ। ਉਹਨਾਂ ਨੇ ਅੰਗਰੇਜ਼ੀ ਸ਼ਬਦ ਜਿਹੜਾ ਵਾ ਨਾ ਉਹ ਕਿਸਾਨਾਂ ਨਾਲ ਇਸ ਤਰੀਕੇ ਨਾਲ ਲਾਇਆ ਕਿ ਸ਼ਾਇਦ ਅਸੀਂ ਪਤਾ ਨਹੀਂ ਕਿਤੋਂ ਹੋਰ ਆਏ। ਨਹੀਂ, ਇਹ ਦੇਖੋ ਕਿੰਨੀ ਚੰਗੀ, ਇਹਨੇ ਹੈ ਨਹੀਂ ਸ਼ਰਮ ਦੀ ਗੱਲ। ਇੱਕ ਦੇਸ਼ ਦਾ ਇੱਕ ਜਿਹੜਾ ਹੈਗਾ ਹੈਡ ਆਫ ਦੀ ਫੈਮਿਲੀ, ਪ੍ਰਾਈਮ ਮਿਨਿਸਟਰ ਜਾਂ ਮੀਡੀਆ, ਉਹਨੂੰ ਤਾਂ ਚੰਗਾ ਹੋਣਾ ਚਾਹੀਦਾ, ਸੋਚਣਾ ਚਾਹੀਦਾ ਕਿ ਸਾਡੇ ਦੇਸ਼ ਦਾ ਕਿਸਾਨ ਇੰਨਾ ਪੜ੍ਹਿਆ ਲਿਖਿਆ, ਇੰਨਾ ਜਾਗਰੂਕ ਹੈ ਕਿ ਉਹ ਹਾਈਟੈਕ ਤਕਨੀਕ ਅਪਣਾ ਕੇ ਖੇਤੀ ਕਰ ਰਿਹਾ। ਅਸੀਂ ਫੋਰਡ ਤੋਂ ਫੋਰਚੂਨਰਾਂ ਤੇ ਆ ਗਏ, ਇਹ ਉੱਥੋਂ ਚੱਲੇ ਸੀ ਬਿਲਕੁਲ, ਔਰ ਹੱਥਾਂ ਇਕੱਲੇ ਹੱਥ ਕਈਆਂ ਫੜਨ ਵਾਲੇ ਨਹੀਂ ਹੈਗੇ। ਇਹ ਹੁਣ ਸਾਡੀ ਮਿਹਨਤਾਂ ਕਰਕੇ ਅਸੀਂ ਫੇਸਬੁੱਕ ਯੂਜ਼ ਕਰਦੇ ਹਾਂ, ਟਵਿੱਟਰ ਯੂਜ਼ ਕਰਦੇ ਹਾਂ, ਸਾਨੂੰ ਵਰਲਡ ਦੀ ਪੋਲਿਟਿਕਸ ਦਾ ਪਤਾ ਹੈ। ਇਹ ਬਿੱਲ ਸਾਨੂੰ ਨਾ ਸਮਝਾਉਣ, ਸਾਨੂੰ ਈਚ ਐਂਡ ਐਵਰੀਥਿੰਗ, ਸਾਨੂੰ ਕੱਲੀ ਉਹਦੀ ਕਲੌਜ਼ ਦਾ ਪਤਾ ਹੈ, ਕਿੱਥੇ ਕਿੱਥੇ ਲੂਪ ਹੋਲ ਹੈ, ਕਿੱਥੇ ਇਹਨਾਂ ਨੇ ਕੀ ਲਿਖਿਆ। ਅਸੀਂ ਸਾਰੇ ਪੜ੍ਹੇ ਲਿਖਿਆ। ਕੱਲਾ ਕਿਸਾਨ ਖੇਤੀ ਨਹੀਂ ਕਰਦਾ, ਘਰ ਆ ਕੇ ਅਖਬਾਰ ਵੀ ਪੜ੍ਹਦਾ, ਟੀਵੀ ਵੇਖਦਾ, ਸੋਸ਼ਲ ਮੀਡੀਆ ਚਲਾਉਂਦਾ, ਹਰ ਚੀਜ਼ ਬਾਰੇ ਉਹਨੂੰ ਪਤਾ ਹੈ। ਸਾਡੇ ਲੋਕਾਂ ਨੇ ਜਾ ਕੇ ਤਾਂ ਵਰਲਡ ਦੀ ਪੋਲਿਟਿਕਸ ਦੇ ਵਿੱਚ ਰਾਜ ਕੀਤਾ। ਅੱਜ ਕੈਨੇਡਾ ਦੇ ਵਿੱਚ ਦੇਖ ਲਓ ਕਿੰਨੇ ਮੈਂਬਰ ਪਾਰਲੀਮੈਂਟ ਸਾਡੇ ਬੈਠੇ ਨੇ, ਅਮਰੀਕਾ 'ਚ ਵੇਖ ਲਓ, ਪੂਰੇ ਵਰਲਡ ਦੇ ਵਿੱਚ। ਔਰ ਡਾਕਟਰ ਮਨਮੋਹਨ ਸਿੰਘ, ਮੈਂ ਇੱਥੇ ਸਿਫਤ ਕਰਨੀ ਚਾਹਾਂਗਾ, ਡਾਕਟਰ ਮਨਮੋਹਨ ਸਿੰਘ, ਉਹ ਸਿੰਘ ਨੂੰ ਸਲੂਟ ਹੈ ਸਾਡਾ ਜੀ। ਉਹਨਾਂ ਬਾਰੇ ਬਰਾਕ ਓਬਾਮਾ ਕਹਿੰਦੇ ਸੀ ਕਿ ਜਦੋਂ ਮਿਸਟਰ ਸਿੰਘ ਬੋਲਦੇ ਨੇ ਤਾਂ ਦੁਨੀਆ ਸੁਣਦੀ ਹੈ, ਤੇ ਅੱਜ ਜਦੋਂ ਮੋਦੀ ਬੋਲਦਾ ਮਨ ਕੀ ਬਾਤ ਸੁਣਦਾ ਕੋਈ? ਤੁਸੀਂ ਉਹਨਾਂ ਦੇ ਜਾ ਕੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇਖਿਆ ਕਰੋ, ਜਿਹੜਾ ਫੇਸਬੁੱਕ ਦੇ ਉੱਪਰ ਲਾਈਕ ਵੇਖਿਆ ਕਰੋ, ਲੱਖਾਂ ਸੈਂਕੜਿਆਂ ਦੇ ਵਿੱਚ 2-4 ਜਿਹੜੇ ਭਗਤ ਨੇ ਕਮੈਂਟਸ, ਤੇ ਜਿਹੜੇ ਡਿਸਲਾਈਕ ਨੇ ਲੱਖਾਂ 'ਚ। ਇਟ ਮੀਨਸ ਕਿ ਲੋਕੀ ਉਹਨੂੰ ਪਸੰਦ ਨਹੀਂ ਕਰਦੇ। ਉਹਨੇ ਸਿਰਫ ਮੀਡੀਆ ਖਰੀਦਿਆ ਹੋਇਆ, ਗੋਦੀ ਮੀਡੀਆ ਆਪਣੀ ਗੋਦੀ 'ਚ ਬਿਠਾਇਆ ਹੋਇਆ, ਖਰੀਦ ਕੇ ਉਹਦੇ ਕੋਲ EVM ਦੀ ਸਰਕਾਰ ਹੈ, ਜੋ ਮੀਡੀਆ ਕਰ ਰਿਹਾ ਹੋ ਰਿਹਾ, ਤੇ ਲੋਕਾਂ ਦੇ ਦਿਲ ਦੀ ਗੱਲ ਸੁਣਨੀ ਚਾਹੁੰਦੀ ਹੈ। ਆਵਾਜ਼ੇ ਖਲਕਤ, ਆਵਾਜ਼ੇ ਖੁਦਾ ਹੁੰਦੀ ਹੈ। ਆ ਜਿਹੜਾ ਆਪਣਾ ਸੰਘਰਸ਼ ਚੱਲ ਰਿਹਾ ਵਾ, ਇਹਦੇ ਵਿੱਚ ਪਹਿਲੀ ਵਾਰੀ ਜੇ ਆਪਾਂ ਕਹੀਏ ਕਿ ਕਲਾਕਾਰ ਜਿਹੜਾ ਆਪਣਾ ਮਹਿਕਮਾ ਹੈ, ਜਾਂ ਵੀਰ ਨੇ ਜਾਂ ਭੈਣਾਂ ਨੇ ਜਾਂ ਜਿਹੜੇ ਵੀ ਨੇ, ਉਹ ਇੱਥੇ ਸ਼ਮੂਲੀਅਤ ਕੀਤੀ ਆ, ਉਹਨਾਂ ਨੇ ਸਪੋਰਟ ਕੀਤਾ ਆ, ਉਹ ਇਸ ਟਾਈਮ ਇੱਥੇ ਅਵੇਲੇਬਲ ਵੀ ਨੇ। ਜੇ ਕਹਿ ਲਈਏ ਕਿ ਆਏ ਨਹੀਂ ਹੈਗਾ ਕਿ ਉਹਨਾਂ ਨੇ ਕੁੜਤਾ ਪਜਾਮਾ ਪਾਇਆ, ਆਏ ਸਪੀਚ ਦਿੱਤੀ ਔਰ ਚਲੇ ਗਏ, ਇਹ ਚੀਜ਼ ਨਹੀਂ ਹੈਗੀ। ਤੇ ਇਹਨੂੰ ਤੁਸੀਂ ਕਿਵੇਂ ਲੈਂਦੇ ਹੋ ਕਿ ਇਹ ਯੂਥ ਲਈ ਪੋਜ਼ਿਟਿਵ ਬਣਿਆ, ਆਪਣੇ ਜਿਹੜਾ ਇੰਨਾ ਵੱਡਾ ਸੰਘਰਸ਼ ਆਪਾਂ ਇੱਥੇ ਤੱਕ ਪਹੁੰਚ ਗਏ ਹਾਂ? ਮੈਂ ਕਿਹਾ 100% ਪੋਜ਼ਿਟਿਵ ਹੈ, ਔਰ ਸਾਨੂੰ ਇੰਨੀ ਖੁਸ਼ੀ ਹੈ। ਤੁਸੀਂ ਦੇਖੋ, ਕੋਈ ਸਮਾਜ ਦਾ ਅੰਗ, ਭਾਵੇਂ ਉਹ ਕਲਾਕਾਰ ਹੈ, ਭਾਵੇਂ ਕੋਈ ਆਰਟਿਸਟ ਹੈ, ਭਾਵੇਂ ਕੋਈ ਪ੍ਰੋਫੈਸਰ ਹੈ, ਭਾਵੇਂ ਹਰੇਕ ਕੋਈ ਪੜ੍ਹੇ ਲਿਖੇ ਤੋਂ ਲੈ ਕੇ ਨੀਚੋਂ ਤੋਂ ਲੈ ਕੇ ਉੱਪਰ ਤੱਕ, ਮੈਂ ਵਕੀਲ, ਪ੍ਰੋਫੈਸਰ, ਪ੍ਰਿੰਸੀਪਲ, ਬੁੱਧੀਜੀਵੀ, ਹਰ ਕੋਈ ਬੰਦਾ ਇੱਥੇ ਆ ਰਿਹਾ ਹੈ। ਕੰਵਰ ਗਰੇਵਾਲ ਉਦੋਂ ਤੋਂ ਬੈਠੇ ਨੇ ਜੀ, ਸਰਦਾਰ ਬੀਰ ਸਿੰਘ ਨੇ, ਉਹਨਾਂ ਦੀ ਸੋਚ ਨੂੰ ਸਲਾਮ ਹੈ। ਇੱਦਾਂ ਦੇ ਅਸੀਂ ਸਤਿੰਦਰ ਸਰਤਾਜ, ਮੈਂ ਕਿਹਦਾ ਨਾਂ ਲਵਾਂ, ਮੇਰੇ ਸਾਰੇ ਭਰਾ ਨੇ, ਸਾਰੀਆਂ ਭੈਣਾਂ ਨੇ, ਕਿਹਦਾ ਨਾਂ ਲਾਵਾਂ, ਕਿ ਸਾਰੇ ਕਲਾਕਾਰ ਬੈਠੇ ਨੇ। ਜਦੋਂ ਸਮਾਜ ਤੁਰ ਪੈਂਦਾ ਨਾ, ਜਦੋਂ ਆਪ ਮੁਹਾਰੇ ਆਵਾਮ ਤੁਰ ਪੈਂਦਾ, ਤਾਂ ਫਿਰ ਜ਼ਾਲਮ ਦੀ ਜਿਹੜੀ ਜ਼ੁਲਮ ਹੈ ਬਹੁਤੀ ਦੇਰ ਨਹੀਂ ਟਿਕਦਾ ਹੁੰਦਾ। ਤੇ ਦੂਜੀ ਗੱਲ ਤੁਹਾਨੂੰ ਮੈਂ ਹੋਰ ਦੱਸਾਂਗਾ, ਇੱਥੇ ਦੇਖੋ ਹਰ ਇਨਸਾਨ ਆਪਣੀ ਸੋਚ ਦਾ ਪ੍ਰਗਟਾਵਾ ਕਰਕੇ ਜਾ ਰਿਹਾ, ਭਾਵੇਂ ਉਹ ਇੱਥੇ, ਭਾਵੇਂ ਸ਼ੰਭੂ ਬਾਰਡਰ ਸੀ, ਭਾਵੇਂ ਉਹ ਵੱਖ-ਵੱਖ ਕਿਸਾਨ ਧਰਨੇ ਸੀ, ਭਾਵੇਂ ਇੱਥੇ ਟਿੱਕਰੀ ਬਾਰਡਰ ਹੈ, ਤੇ ਭਾਵੇਂ ਇਹ ਕੁੰਡਲੀ ਬਾਰਡਰ ਦੇ ਉੱਪਰ ਹੈ। ਹਰ ਕਲਾਕਾਰ, ਹਰ ਰਾਗੀ, ਹਰ ਢਾਡੀ, ਹਰ ਕਵਿਸ਼ਰੀ, ਹਰ ਜਿੰਨਾ ਸਮਾਜ ਦਾ ਬੁੱਧੀਜੀਵੀ ਬੰਦਾ, ਉਹ ਇੱਥੇ ਆ ਕੇ ਆਪਣਾ ਸੋਚ ਦੱਸ ਰਿਹਾ, ਕਿਉਂਕਿ ਸਾਰੇ ਸਾਡੇ ਨਾਲ ਨੇ। ਤੇ ਕੱਲੇ ਇਹਨਾਂ ਦੇ ਨਾਲ ਦੱਸੋ ਕੌਣ ਹੈ? ਔਰ ਜਦੋਂ ਉੱਥੇ ਜਾਂਦੇ ਨੇ, ਟੇਬਲ ਟਾਕ ਹੁੰਦੀ ਹੈ, ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਮੀਡੀਆ, ਔਰ ਪੂਰੀ ਦਲੀਲ ਨਾਲ ਗੱਲ ਕੀਤੀ ਜਾਂਦੀ ਹੈ, ਕੱਲੇ ਉਹਨਾਂ ਦੇ ਬੰਦਿਆਂ ਨੂੰ ਗੱਲ ਨਹੀਂ ਆ ਰਹੀ।
ਆਨਸਰਲੈਸ ਹੋ ਜਾਂਦੇ ਨੇ, ਉਹਨਾਂ ਦਾ ਕੋਈ ਉਹਨਾਂ ਦਾ ਮਿਨਿਸਟਰ, ਕੋਈ ਉਹਨਾਂ ਦਾ ਆਫੀਸਰ ਗੱਲ ਨਹੀਂ ਆ ਰਹੀ। ਇਹ ਕਿੰਨੇ ਜਾਗਰੂਕ ਤੇ ਕਿੰਨੇ ਪੜ੍ਹੇ ਲਿਖੇ ਇਹ ਕੌਮ ਹੈ। ਤੁਸੀਂ ਦੇਖੋ ਕਿੱਥੇ ਤੱਕ ਪੰਜਾਬੀ ਇਦਾਂ ਨਹੀਂ ਹੈਗੇ। ਜੇ ਪੰਜਾਬੀਆਂ ਨੇ ਰਾਜ ਕੀਤਾ, ਪੰਜਾਬੀਆਂ ਨੇ ਹਰ ਮੁਸੀਬਤ ਦੇ ਵਿੱਚ, ਅੱਜ ਰਵੀ ਸਿੰਘ ਖਾਲਸਾ ਏਡ ਹੈ, ਅੱਜ ਮੈਂ ਕਿਤੇ ਸੰਸਥਾ ਦਾ ਨਾਮ ਲਵਾਂ, ਅੱਜ ਦੁਨੀਆ ਦੇ ਵਿੱਚ ਨਾਂ ਬਣ ਚੁੱਕਿਆ। ਅੱਜ ਹਰੇਕ ਨੂੰ ਪਤਾ ਲੱਗ ਚੁੱਕਿਆ ਕਿ ਉਹ ਕੌਮ ਹੈ ਜਿਹੜੀ ਭੁੱਖੇ ਦਾ ਢਿੱਡ ਭਰਦੀ ਹੈ, ਜਿਹੜੀ ਆਪ ਵਿਚਾਰੇ ਭੁੱਖੇ ਸੌ ਲੈਂਦੇ ਨੇ ਪਰ ਦੁਨੀਆ ਨੂੰ ਭੁੱਖਾ ਨਹੀਂ ਸੌਣ ਦਿੰਦੇ ਹੈਗੇ। ਵੀਰ ਜੀ ਲਾਸਟ ਕੁਐਸਚਨ, ਹੁਣ ਅਗਲੀ ਕਾਰਵਾਈ ਕੀ ਹੋਣੀ ਚਾਹੀਦੀ ਹੈ? ਇਹ ਚਲੋ ਇੱਕ ਸੁਜੈਸ਼ਨ ਦੇ ਤੌਰ ਤੇ ਹੀ ਮੈਂ ਤੁਹਾਡੇ ਤੋਂ ਪੁੱਛ ਲਾਂ। ਦੇਖੋ ਸਾਡੇ ਗੁਰੂ ਸਾਹਿਬ ਦਾ ਫਲਸਫਾ ਹੈ, ਕਿਉਂਕਿ ਇਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਦੋਂ ਉਹਨਾਂ ਨੇ ਬਾਬਰ ਨੂੰ ਜ਼ਾਬਰ ਕਿਹਾ ਸੀ, ਜਦੋਂ ਜਨੇਊ ਪਾਉਣ ਤੋਂ ਮਨਾ ਕੀਤਾ ਸੀ, ਜਦੋਂ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨੀਆਂ ਸੀ, ਜਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਚਾਂਦਨੀ ਚੌਂਕ ਦੇ ਵਿੱਚ ਮਜ਼ਲੂਮਾਂ ਦੀ ਖਾਤਰ ਤੇ ਦੁਨੀਆ ਦੇ ਪਹਿਲੇ ਸ਼ਹੀਦ ਹੋਏ ਨੇ, ਜਿਹੜੇ ਮਨੁੱਖੀ ਹੱਕਾਂ ਦੀ ਖਾਤਰ, ਹਿਊਮਨ ਰਾਈਟਸ ਦੀ ਖਾਤਰ, ਜਿਨ੍ਹਾਂ ਨੇ ਆਪਣਾ ਸਿਰ ਦਾ ਬਲੀਦਾਨ ਦਿੱਤਾ ਹੈ। ਠੀਕ ਹੈ ਜੀ, ਕਿਉਂਕਿ ਅਸੀਂ ਇਤਿਹਾਸ ਤੋਂ ਸੇਧ ਲੈ ਕੇ ਚੱਲਣ ਵਾਲੀ ਕੌਮ ਹੈ। ਉਸ ਤੋਂ ਬਾਅਦ ਸਰਹੰਦ ਦੀਆਂ ਦੀਵਾਰਾਂ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ 7 ਤੇ 9 ਸਾਲ ਦੀ ਨਿੱਕੀ ਉਮਰ ਦੇ ਵਿੱਚ, ਆਹ ਠੰਡ ਦੇ ਵਿੱਚ ਇਹਨੋਂ ਜ਼ਿਆਦਾ ਠੰਡ ਸੀ। ਫਿਰ ਚਮਕੌਰ ਦੀ ਗੜੀ ਸਾਡੇ ਸੁਰਤ ਦੇ ਵਿੱਚ ਹੈ, ਸਾਡੇ ਸੁਰਤ 'ਚ ਮਾਛੀਵਾੜੇ ਦੇ ਜੰਗਲ ਨੇ। ਸਾਨੂੰ ਆਨੰਦਪੁਰ ਸਾਹਿਬ ਨਹੀਂ ਕਦੀ ਭੁੱਲ ਸਕਦਾ। ਉਹ ਸਾਡੇ ਇਤਿਹਾਸ ਸਾਡੀ ਅਗਵਾਈ ਕਰ ਰਿਹਾ। ਬਾਬਾ ਬਘੇਲ ਸਿੰਘ ਅੱਜ ਤੋਂ 237 ਸਾਲ ਪਹਿਲਾਂ ਇਸ ਦਿੱਲੀ ਦੀ ਧਰਤੀ ਤੇ ਆ ਕੇ ਉਹਨਾਂ ਨੇ ਦਿੱਲੀ ਨੂੰ ਤਾਂ ਅਸੀਂ ਬੜੀ ਵਾਰ ਜਿੱਤ ਕੇ ਛੱਡਿਆ। ਉਹ ਲੈ ਕੇ ਗਏ ਜੱਸਾ ਸਿੰਘ ਆਹਲੂਵਾਲੀਆ ਦੇ ਵਾਰਸਾਂ ਸੀ, ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ, ਮਹਿਰੂਲੀ ਜਿੰਨੇ ਸ਼ਹੀਦੀ ਦਿੱਤੀ ਸੀ, ਜਿੰਨੇ ਮੁਜ਼ਾਹਰਿਆਂ ਤੋਂ ਮਾਲਕ ਬਣਾਏ ਨੇ ਐਗਰੀਕਲਚਰ ਦੇ ਵਿੱਚ, ਸਭ ਤੋਂ ਵੱਧ ਜਿਹੜੇ ਲੈਂਡ ਰਿਫਾਰਮ ਜਿਹਨੇ ਕੀਤੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤੇ ਨੇ। ਅਸੀਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ, ਪਰ ਅਗਲੀ ਗੱਲ ਸਾਨੂੰ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਨੇ, ਚੂੰਕਰ ਅਜ਼ਹਮਾ ਹੀਲ ਤੇ ਦਰਗੁਜਸ਼ਤ ਹਲਾਲ ਅਸਤ ਬੁਰਦਨ ਬੈ ਸ਼ਮਸ਼ੀਰੇ ਦਸਤ। ਅਸੀਂ ਹਰ ਤਰੀਕੇ ਦਾ ਮੁਕਾਬਲਾ ਕਰਨ ਨੂੰ ਤਿਆਰ ਬੈਠੇ ਹਾਂ। ਅਸੀਂ ਘਰੋਂ 6-6 ਮਹੀਨੇ ਦਾ ਰਾਸ਼ਨ ਲੈ ਕੇ ਤੁਰੇ ਹਾਂ। ਸਾਨੂੰ ਇਹਦੇ ਵਿੱਚ ਬਹੁਤ ਮੇਰੇ ਬਜ਼ੁਰਗ, ਮੇਰੇ ਭਰਾ ਇਨਸਾਨ ਐਦਾਂ ਦੇ ਨੇ ਜਿਨ੍ਹਾਂ ਦੇ ਘਰ ਦੇ ਵਿੱਚ ਮਗਰ ਉਹਨਾਂ ਦੇ ਇੱਕੋ ਇੱਕ ਲੌਤੇ ਪੁੱਤਰਾਂ ਦੇ ਬਰਾਤਾਂ ਚੜੀਆਂ, ਪਰ ਪਿਓ ਉੱਥੇ ਨਹੀਂ ਪੁੱਜਿਆ ਹੈਗਾ। ਕਿਸੇ ਦੇ ਘਰ ਵਿੱਚ ਜਵਾਨ ਮੌਤ ਹੋ ਗਈ, ਉੱਥੇ ਨਹੀਂ ਪੁੱਜੇ, ਤੇ ਘਰੋਂ ਅਰਦਾਸਾਂ ਕਰਕੇ ਆਏ ਆ, ਜਾਂ ਜਿੱਤ ਕੇ ਆਵਾਂਗੇ ਤੇ ਜਾਂ ਮਰ ਕੇ ਆਵਾਂਗੇ। ਇਸ ਐਦਾਂ ਨਹੀਂ ਆਉਂਦੇ ਹੈਗੇ। ਤੇ ਅਸੀਂ ਅਗਲੀ ਸਟ੍ਰੈਟਜੀ ਸਾਰੀ ਬਣ ਚੁੱਕੀ ਹੈ। ਅਸੀਂ ਇਹਨਾਂ ਸਾਰੇ ਭਾਜਪਾ ਦੇ, ਇਹਨਾਂ ਦੇ ਮੰਤਰੀਆਂ, ਲੀਡਰਾਂ ਦਾ ਘਰਾਓ ਕਰਾਂਗੇ। ਉੱਥੇ ਜਾ ਕੇ ਅਸੀਂ ਜੋ ਜੈਪੁਰ ਬਾਰਡਰ ਹੈ ਉਹਨੂੰ ਵੀ ਮੱਲਾਂਗੇ। ਜਿੰਨੀਆਂ ਵੀ ਦਿੱਲੀ ਦੀਆਂ ਸੜਕਾਂ, ਅਸੀਂ ਲੋਕਲ ਕਮਿਊਨਿਟੀ ਨੂੰ ਬਿਲਕੁਲ ਹਰਾਸ ਨਹੀਂ ਕਰਾਂਗੇ, ਤੇ ਅਸੀਂ ਉਹਨਾਂ ਨੂੰ ਬਿਲਕੁਲ ਪਰੇਸ਼ਾਨੀ ਨਹੀਂ ਹੋਣ ਦੇਣੀ। ਅਸੀਂ ਹਰ ਤਰੀਕੇ ਦਾ ਸਾਰੀ ਸਟ੍ਰੈਟਜੀ, ਕਿਉਂਕਿ ਸਾਡੀ ਸਟ੍ਰੈਟਜੀ ਪੜ੍ਹੇ ਲਿਖੇ ਤੌਰ ਤੇ ਬਣ ਰਹੀ ਹੈ, ਐਦਾਂ ਕੋਈ ਦੇਸੀ ਨਹੀਂ ਹੈਗੀ, ਤੀਰ ਤੁੱਕੇ ਨਾਲ ਹੀ ਬਣਾ ਰਹੇ ਹੈਗੇ। ਹਰ ਤਰੀਕੇ ਦੇ ਨਾਲ ਮੁਕਾਬਲਾ ਕਰਾਂਗੇ, ਬੇਫਿਕਰ ਹੋ ਜਾਣਾ, ਅਸੀਂ ਪੂਰਾ ਗੱਡ ਕੇ ਕਰਾਂਗੇ ਜੀ। ਠੀਕ ਹੈ, ਮਤਲਬ ਮੋਦੀ ਸਾਹਿਬ ਨੂੰ ਆਉਣਾ ਹੀ ਪਊਗਾ, ਜਾਂ ਤਾਂ ਚਾਹ ਪੀਣੀ ਆ ਇੱਥੇ ਲੰਗਰ ਖਾਣ। ਮੈਂ ਕਿਹਾ ਜੀ ਝੁਕਾ ਕੇ ਰੱਖਾਂਗੇ ਉਹਨੂੰ। ਇੱਕ ਗੱਲ ਅਸੀਂ ਕਹਿ ਦਈਏ ਕਿ ਸਾਡਾ ਰਸਤਾ ਰੋਕਣੇ ਦੇ ਬੜੇ ਤੂੰ ਯਤਨ ਕੀਤੇ, ਸਾਡਾ ਰਸਤਾ ਰੋਕਣੇ ਦੇ ਬੜੇ ਤੂੰ ਯਤਨ ਕੀਤੇ, ਸਾਡੀ ਅੱਗੇ ਨਾਲੋਂ 2 ਗੁਣੀ ਰਫ਼ਤਾਰ ਹੋਈਏ। ਬਹਿ ਕੇ ਸੋਚੀ ਜਾਂ ਪੁੱਛੀ ਆਪਣੇ ਸਾਥੀਆਂ ਤਾਈਂ, ਬਹਿ ਕੇ ਸੋਚੀ ਜਾਂ ਪੁੱਛੀ ਆਪਣੇ ਸਾਥੀਆਂ ਤੋਂ ਹੀ, ਤੇਰੀ ਜਿੱਤ ਹੋਈ ਏ ਜਾਂ ਤੇਰੀ ਹਾਰ ਹੋਈ ਏ। ਇਹ ਸੀਗੇ ਸਾਡੇ ਨਾਲ ਫਤਿਹਗੜ੍ਹ ਸਾਹਿਬ ਤੋਂ ਵੀਰ, ਤੇ ਇਹਨਾਂ ਨੇ ਬਹੁਤ ਖੂਬੀ ਤੇ ਬਹੁਤ ਹੀ ਬਾਰੀਕੀਆਂ ਨਾਲ ਆਪਾਂ ਨੂੰ ਸਮਝਾਇਆ ਤੇ ਦੱਸਿਆ ਕਿ ਜਿਹੜੇ ਇੱਥੇ ਕਿਸਾਨ ਵੀਰ, ਭੈਣਾਂ, ਮਾਤਾਵਾਂ, ਬੱਚੇ ਇੱਥੇ ਪਹੁੰਚੇ ਹੋਏ ਨੇ, ਮੋਦੀ ਸਰਕਾਰ ਕਿਤੇ ਇਹ ਨਾ ਸਮਝ ਲੇ ਕਿ ਇਹ ਸ਼ਾਇਦ ਮੇਰੀਆਂ ਚਿੱਠੀਆਂ ਤੋਂ ਜਾਂ ਮੇਰੀਆਂ ਗੱਲਾਂ ਤੋਂ ਪਿੱਛੇ ਹੋ ਜਾਣਗੇ। ਨੈਕਸਟ ਅਪਡੇਟ ਲਈ ਤੁਹਾਡੇ ਨਾਲ ਫੇਰ ਰੂਬਰੂ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।